अस्सलाम वालेकुम। वालेकुम सलाम। भाईजान की नाम है ਤੁਹਾਡਾ? मेरा नाम अंबर है जी। ਇਹ ਇਲਾਕਾ ਕਿਹੜਾ ਪੜਾ? इलाका किंगरे मोर रोड पे। ਪਿੰਡ ਕਿਹੜਾ ਤੁਹਾਡਾ? मकाबर। ਸਹੀ ਤੇ ਜ਼ਿਲ੍ਹਾ? जिला सियालकोट। ठीक है। ਤੇ ਇਹ ਡੰਗਰ ਕਿੰਨੀ ਕੁ ਦੇਰ ਦੇ ਰੱਖੇ ਨੇ ਤੁਸੀਂ? डंगर वावा अरसे दे रखे ने। हाँ ਕਿੰਨੇ ਕੁ ਸਾਲ ਹੋ ਗਏ ਨੇ? तकरीबन हो गए 20-25 साल। ਸਹੀ ਹੈ। ਤੇ ਇਹ ਦੱਸੋ ਕਿ ਕਿੰਨੇ ਕੁ ਡੰਗਰ ਰੱਖੇ ਨੇ ਤੁਸੀਂ? डंगर 20-25 रखे ने भाई। ठीक है। ਮੱਝਾਂ ਕਿੰਨੀਆਂ ਨੇ ਤੇ ਗਾਵਾਂ ਕਿੰਨੀਆਂ ਨੇ? भाई 9 मज्जां ने ते 4 गाइयां ने, कोई छोटा मोटा माल जा उन्होंने। ਸਹੀ ਹੈ। ਤੇ ਇਹਨਾਂ ਨੂੰ ਪੱਠੇ ਆਪਣੇ ਪਾਉਂਦੇ ਹੋ ਪਏ ਜਾਂ ਮੁੱਲ ਲੈ ਕੇ ਪਾਉਂਦੇ ਹੋ ਪਏ? भाई अपने भी भाई दे ने, हुण ऐती अपने नहीं होए महा बारिशां दी वजह नाल मुੱਲ ਲੈ ਕੇ ਪੈਨੇ पाने दूरों दूरों लियाई दे जा के। ਤੇ ਆਪਣੀ ਕਿੰਨੀ ਜਗ੍ਹਾ ਜੇ? अपनी भाई है 4-5 किल्ले पैली है। ठीक है। ਤੇ ਮੁੱਲ ਕਿੰਨੇ ਪੱਠੇ ਲਏ ਜੇ? मुੱਲ भाई ले ने 3 किल्ले पट्ठे मुੱਲ ले। ਠੀਕ ਹੈ। ਤੇ ਕਿਵੇਂ ਲੱਭੇ ਨੇ? 11,000 ਤੋਂ ਕਨਾਲ। ਇਹ ਕਣਕ ਹੈ ਜਾਂ ਸਟਾਲਾ ਲਿਆ ਜੇ? ਸਟਾਲਾ ਭਾਈ। ਠੀਕ ਹੈ। 8,000 ਤੋਂ ਕਨਾਲ ਕਣਕ। ਤੇ ਡੇਲੀ ਦੇ ਜਿਹੜੇ ਜਾਨਵਰ ਨੇ ਇਹਨਾਂ ਨੂੰ ਕਿੰਨਾ ਕੁ ਪੱਠੇ ਪਾਉਂਦੇ ਹੋ? ਕਿੰਨੇ ਪੱਠੇ ਪਾਉਂਦੇ ਹੋ ਭਾਈ ਇਹਨਾਂ ਨੂੰ 40-45 ਮਣ ਪੱਠੇ ਹੋਣ ਤੇ ਫੇਰ ਹੀ ਪੂਰੇ ਹੁੰਦੇ ਨੇ। ਸਹੀ ਹੈ। ਤੇ ਜਿਹੜਾ ਨਾ ਆਪਣੀ ਪੈਲੀ ਹੋਏ ਤੇ ਜ਼ਿਆਦਾ ਫਾਇਦਾ ਹੁੰਦਾ ਹੈ ਜਾਂ ਮੁੱਲ ਲੈ ਕੇ ਜਿਹੜਾ ਨਾ ਬਚ ਜਾਂਦਾ ਬੰਦਾ? ਮਹਾਂ ਆਪਣੀ ਵੀ ਹੋਏ ਮਹਾਂ ਥੋੜੇ ਹਰ ਮਹਾਂ ਖਾਦਾਂ ਬੜੀਆਂ ਮਹਿੰਗੀਆਂ ਨੇ ਭਾਈ। ਆਪਣੀ ਚ ਵੀ ਹੁਣ ਜੀ ਮੁੱਲ ਲਿਆ ਵੀ ਮੁੱਲ ਲਿਆ ਜਰਾ ਬਹੁਤਾ ਮਹਿੰਗਾ ਕੰਮ ਪੈ ਜਾਂਦਾ। ਤੇ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਦੇ ਰਹੀਆਂ ਨੇ ਮੱਝਾਂ? ਰੋਜ਼ਾਨਾ ਠੰਡ ਬੜੀ ਪੈਂਦੀ ਵੀ ਹੁਣ ਤੇ ਬਸ ਮਣ ਡੇਢ ਦੁੱਧ ਹੁੰਦਾ ਭਾਈ। ਠੀਕ ਹੈ। ਤੇ ਰੇਟ ਕੀ ਜਿਹੜਾ ਦੁੱਧ ਦਾ? ਦੁੱਧ ਰੇਟ ਸਾਡੇ ਕੋਲ 70 ਰੁਪਏ ਖੜਦੇ ਨੇ। ਵੰਡਾ ਬੜਾ ਮਹਿੰਗਾ। ਵੰਡਾ ਕਿਹੜਾ ਪਾ ਰਹੇ ਹੋ? ਵੰਡਾ ਵੜੇਵਿਆਂ ਦੀ ਖਾਲ ਕਰਾ ਭਾਈ ਦਾ। ਤੇ ਇਹ ਬੋਰੀ ਕਿਵੇਂ ਆ ਰਹੀ ਹੈ? ਇਹ ਭਾਈ ਹੁੰਦੀ ਜਾਂ 1800 ਦੀ 27 ਕਿਲੋ ਦੀ ਵੜੇਵਿਆਂ ਦੀ ਖਾਲ ਹੁੰਦੀ 2700 ਦੀ। ਸਹੀ ਹੈ। ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਹੋ? ਤੇ ਜਿਹੜਾ ਤੋੜਾ ਹੈ ਨਾ ਕਰੇ ਦਾ ਉਹ ਭਾਈ 1900 ਦਾ 2000 ਦਾ ਤੋੜਾ ਹੁੰਦਾ। ਠੀਕ ਹੈ। ਤੇ ਤੁਸੀਂ ਇਹ ਦੱਸੋ ਕਿ ਜਿਹੜਾ ਨਾ ਕਿੰਨੀਆਂ ਮੱਝਾਂ ਵਾਸਤੇ ਕਿੰਨਾ ਬੋਲੀ ਜਾਓ ਕੋਈ ਨਹੀਂ ਕੱਟ ਲਾਂਗੇ। ਅੱਛਾ ਇਹ ਦੱਸੋ ਕਿ ਕਿੰਨੀਆਂ ਮੱਝਾਂ ਵਾਸਤੇ ਜਿਹੜਾ ਨਾ ਵੰਡਾ ਜਿਹੜਾ ਪਾਉਂਦੇ ਹੋ ਪਏ ਕਿੰਨਾ ਕਿ ਇੱਕ ਮੱਝ ਨੂੰ ਪਾਉਂਦੇ ਹੋ ਪਏ ਤੇ ਡੇਲੀ ਦਾ ਕਿੰਨਾ ਲੱਗਦਾ ਪਿਆ ਤੁਹਾਡਾ? ਭਾਈ ਡੇਲੀ ਦਾ ਇੱਕ ਮਹਾਂ ਤੋੜਾ ਲੱਗ ਜਾਂਦਾ ਸਾਡਾ। ਤਕਰੀਬਨ ਮਣ ਵੰਡਾ ਲੱਗਦਾ ਸਾਡਾ। ਮੈਂ 2.5 ਕਿਲੋ ਵੰਡਾ ਪਾਉਂਦੇ ਇੱਕ ਡੰਗਰ ਨੂੰ। ਠੀਕ ਹੈ। ਮਹਾਂ ਨਹੀਂ ਸਾਡੇ ਕੋਲ ਪਾਇਆ ਜਾਂਦਾ। ਜੇ ਇੱਕ ਡੰਗਰ ਨੂੰ ਹੋਣਾ ਚਾਹੀਦਾ ਕੋਈ 5 ਕਿਲੋ ਜਾਂ 4 ਕਿਲੋ ਵੰਡਾ ਜ਼ਰੂਰ ਹੋਣਾ ਚਾਹੀਦਾ। ਸਹੀ ਹੈ। ਤੇ ਇੱਕ ਮੱਝ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਰਹੀ ਹੈ ਤੁਹਾਡੀ? ਇਸ ਟਾਈਮ ਤੇ 4 ਕਿਲੋ ਜਾਂ 5 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਹੈ। ਸਹੀ ਹੈ। ਤੇ ਮੱਝਾਂ ਜਿਹੜੀਆਂ ਕਿਹੜੀ ਨਸਲ ਦੀਆਂ ਰੱਖੀਆਂ ਆਂਗੇ? ਮੱਝਾਂ ਅੱਛੀ ਨਸਲ ਦੀਆਂ ਰੱਖੀਆਂ ਨੇ ਭਾਈ। ਨੀਲੀ ਰਾਵੀ ਦੀਆਂ? ਨਹੀਂ ਭਾਈ ਦੇਸੀ ਨੇ? ਰਫ ਵਾਲੇ ਦੀਆਂ। ਠੀਕ। ਤੇ ਅਰਫ ਵਾਲੇ ਆਪੀ ਜਾ ਕੇ ਲਿਆਉਂਦੇ ਜਾਂ ਇੱਥੋਂ ਮੰਡੀਆਂ ਤੋਂ ਖਰੀਦੀਆਂ? ਇੱਥੋਂ ਮੰਡੀ 'ਚ ਵਡਿਆਣੀਆਂ ਲਿਆਈ ਦੀਆਂ। ਸਹੀ ਹੈ। ਤੇ ਕਿੰਨੇ ਦੀ ਇੱਕ ਮੱਝ ਪਾਈ ਜਾਂਦੀ ਹੈ? ਇਹ ਭਾਈ ਕੋਲ ਪਾਈ ਜਾਂਦੀ ਹੈ ਕੋਈ ਮਹਾਂ ਇੱਕ 70 ਦੀ, ਕੋਈ 80 ਦੀ, 2 ਚ। ਸਹੀ ਹੈ। ਤੇ ਮੱਝਾਂ ਜਿਹੜੀਆਂ ਨੇ ਸੂਈਆਂ ਲੈਣੀਆਂ ਚਾਹੀਦੀਆਂ ਨੇ ਸੂਣ ਵਾਲੀਆਂ ਲੈਣੀਆਂ ਚਾਹੀਦੀਆਂ? ਮਈਆਂ ਸੱਜਰੀਆਂ ਸੂਈਆਂ ਲੈਣੀਆਂ ਚਾਹੀਦੀਆਂ ਨੇ। ਸਹੀ। ਤੇ ਜੇ ਬੰਦਾ ਕੱਟੀਆਂ ਲੈ ਕੇ ਉਹਨਾਂ ਨੂੰ ਤਿਆਰ ਕਰੇ ਉਹ ਕੰਮ ਸਹੀ ਹੈ ਜਾਂ ਨੁਕਸਾਨ ਨੇ ਉਹਦੇ? ਨਹੀਂ ਉਹਦੇ 'ਚ ਬਹੁਤ ਅੱਛਾ ਹੈ। ਮਹਾਂ ਅਸੀਂ ਘਰ ਦੀਆਂ ਵੀ ਮਹਾਂ ਪਾਲਨੇ ਆਪਣੇ ਜਿਹੜੇ ਜਾ ਹੁੰਦੇ ਨੇ ਉਹਨਾਂ ਦੀ ਸੇਵਾ ਕਰੀਦੀ, ਦੁੱਧ ਛੱਡੀਦਾ ਉਹਨਾਂ ਨੂੰ। ਸਹੀ। ਤੇ ਇਹ ਜਿਹੜੀਆਂ ਕੱਟੀਆਂ ਲੈਣੀਆਂ ਪਾਲਣ ਵਾਸਤੇ ਇਹ ਕਿੰਨੇ ਕੁ ਸਾਲਾਂ ਦੀ ਹੋਣੀ ਚਾਹੀਦੀ ਕੱਟੀ? ਕੱਟੀ ਕੋਈ ਸਾਲ ਦੂੰ ਦੀ ਹੋਣੀ ਚਾਹੀਦੀ ਹੈ। ਇਹਦੀ ਕੀਮਤ ਕਿੰਨੀ ਕੁ ਹੋਣੀ ਚਾਹੀਦੀ ਹੈ? ਇਹਦੀ ਮਹਾਂ ਕੀਮਤ ਇਹੋ ਹੀ ਕੋਈ 30 ਮਹਾਂ 35 30 25 ਫਰਕੋ ਫਰਕ ਹੀ ਹੁੰਦਾ। ਡੰਗਰ ਕੋਈ ਲਿੱਸਾ ਹੁੰਦਾ ਕੋਈ ਤਗੜਾ ਹੁੰਦਾ। ਅੱਛਾ ਇਹ ਦੱਸੋ ਕਿ ਜਿਹੜਾ ਜਾਨਵਰ ਰੱਖਣ ਦੇ ਵਿੱਚ ਕੀ ਕੀ ਤੁਹਾਨੂੰ ਮਸਲਾ ਆ ਰਿਹਾ ਹੈ ਜਿਹਦਾ ਤੁਸੀਂ ਹੱਲ ਚਾਹੁੰਦੇ ਹੋ? ਸਾਨੂੰ ਮਸਲਾ ਇਹ ਆ ਰਿਹਾ, ਸਾਨੂੰ ਇਹ ਖਾਦਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਭਾਈ। ਪੱਠੇ ਬੀਜਣ ਲਈ? ਪੱਠੇ ਬੀਜਣ ਲਈ ਵਾਈ ਬੜੀ ਮਹਿੰਗੀ ਹੈ ਜੀ। ਠੀਕ ਹੈ ਕਿ ਨਹੀਂ? ਤੇਲ ਮਹਿੰਗਾ ਮਸਲਾ। ਠੀਕ ਹੈ। ਹਾਂ ਸਹੂਲਤ ਹੋਣੀ ਚਾਹੀਦੀ ਹੈ ਸਾਨੂੰ। ਹੁਣ ਬਾਹਰ ਵੇਖੋ ਫਸਲ ਵੀ ਕੋਈ ਨਹੀਂ ਮਹਾਂ ਐਤੀ ਬਾਰਿਸ਼ਾਂ ਨਾਲ ਮੁੰਜੀ ਵੀ ਮਰ ਗਈ ਹੈ। ਠੀਕ ਹੈ। ਅੱਗੋਂ ਕਣਕ ਵੀ ਨਹੀਂ ਬੀਜੀ ਗਈ। ਠੀਕ ਹੈ। ਤੇ ਵੰਡਾ ਵਗੈਰਾ ਸਸਤਾ ਹੈ ਜਾਂ ਮਹਿੰਗਾ ਹੈ? ਮਹਿੰਗਾ ਭਾਈ। ਵੰਡਾ ਮਹਿੰਗਾ। ਦੁੱਧ ਸਸਤਾ ਹੈ ਤੇ ਵੰਡਾ ਮਹਿੰਗਾ। 70 ਰੁਪਏ ਲੀਟਰ ਕਿਉਂ ਦੁੱਧ ਇਹ 100 ਰੁਪਏ ਲੀਟਰ ਤੱਕ ਵਿਕਦਾ ਪਿਆ ਸ਼ਹਿਰਾਂ ਦੇ ਵਿੱਚ? ਭਾਈ ਸਾਡੇ ਕੋਲ ਆਂਦੇ ਨੇ ਖੜਨਾ ਹੀ ਇੰਨੇ ਦਾ, ਸਾਡੀ ਮਜਬੂਰੀ ਹੁੰਦੀ ਹੈ। ਇਹ ਮੱਝ ਦਾ ਕਰਕੇ ਰੇਟ ਇੰਨਾ ਜਾਂ ਗਾਈ ਦਾ ਵੀ ਇੰਨਾ ਹੀ ਹੈ? ਗਾਈ ਮੱਝ ਦਾ 70 ਰੁਪਏ, ਮੱਝ ਦਾ 80 ਰੁਪਏ ਖੜਦੇ ਨੇ ਮੇਰੇ ਖਾਲਸ। ਕਿਆ ਬਿਹਤਰ ਨਹੀਂ ਕਿ ਤੁਸੀਂ ਆਪੀ ਸ਼ਹਿਰ ਜਾ ਕੇ ਵੇਚ ਕੇ ਆਓ? ਭਾਈ ਬਿਹਤਰ ਤਾਂ ਹੈ ਮਹਾਂ ਸਾਡੇ ਕੋਲ ਨਹੀਂ ਮਹਾਂ ਜਾਇਆ ਜਾਂਦਾ। ਅਸੀਂ ਮਾਲ ਦੇ ਪੱਠੇ ਬਣਾਉਣੇ ਹੁੰਦੇ ਨੇ।
ਠੀਕ ਹੈ। ਤੇ ਇਹ ਸਾਰੇ ਡੰਗਰ ਆਪ ਹੀ ਸਾਂਭਦੇ ਪਏ ਕਿ ਨਾਲ ਕੋਈ ਹੋਰ ਵੀ ਮੇਰੇ ਨਾਲ 2 ਭਾਈ ਨੇ ਮੇਰੇ, ਅਸੀਂ 3 ਭਾਈ ਆ। ਠੀਕ ਅਸੀਂ ਪੱਠੇ ਸਭ ਪਾਉਂਦੇ ਆ, ਇਕੱਠੇ ਹੀ ਡੰਗਰ ਸਾਂਭਦੇ ਹੋ? ਇਕੱਠੇ ਹੀ ਆ। ਠੀਕ ਹੋ ਗਿਆ। ਤੁਹਾਡੀ ਨਜ਼ਰ ਦੇ ਕੰਮ ਕਿੱਥੇ? ਤੇ ਇਹ ਦੱਸੋ ਕਿ ਡੰਗਰ ਰੱਖਣਾ ਤੁਹਾਡੀ ਨਜ਼ਰ ਦੇ ਵਿੱਚ ਕੰਮ ਕੈਸਾ ਵੇ, ਅੱਛਾ ਹੈ ਜਾਂ ਮਿਹਨਤ ਤਲਬ ਜ਼ਿਆਦਾ? ਨਹੀਂ ਅੱਛਾ ਹੈ, ਮਸਲਾ ਨਾ ਕੋਈ ਮੈਂ ਥੋੜੇ ਯਾਰ ਮਹਿੰਗਾਈ ਆ ਲੁਆ ਕੇ ਹੁਣ ਅਸੀਂ ਤੰਗ ਪੈ ਗਏ ਆ। ਅੱਛਾ ਹੈ, ਕੋਈ ਕੰਮ ਮਾੜਾ ਨਹੀਂ। ਸਹੀ ਹੈ। ਪਹਿਲੀ ਗੌਰਮੈਂਟ ਦੇ ਵਿੱਚ ਖੁਸ਼ਹਾਲ ਹੋਈਆਂ, ਹੁਣ ਵਾਲੀ ਗੌਰਮੈਂਟ ਚ? ਨਹੀਂ ਪਹਿਲੀ ਚ ਭਾਈ, ਪਹਿਲੀ ਚ ਕਿਸ ਹਿਸਾਬ ਨਾਲ ਤੁਸੀਂ ਖੁਸ਼ਹਾਲ ਹੋ? ਪਹਿਲੀ ਮਹਾ ਸਾਡੀ ਉਹ ਫਸਲਾਂ ਨੇ ਹਨ ਹੋਈਆਂ, ਮਹਾ ਨੂੰ 1 ਕਿੱਲੇ ਦਾ ਮਹਾ 5-5 ਹਜ਼ਾਰ ਰੁਪਇਆ ਦਿੱਤਾ ਸੀ ਜੱਟ ਨੂੰ। ਠੀਕ ਹੈ। ਹਾਂਜੀ। ਉਸ ਤੋਂ ਇਲਾਵਾ ਮਹਾ ਖਾਦ ਵੀ ਸਸਤੀ ਸੀ, ਤੇਲ ਵੀ ਸਸਤੇ ਹਨ। ਠੀਕ ਹੈ। ਵਾਈ ਵੀ ਸਸਤੀ ਸੀ, ਮਹਾ ਹੁਣ ਹਰ ਸ਼ੈ ਮਹਿੰਗੀ ਹੈ। ਠੀਕ ਹੈ। ਤੇ ਇਹ ਜਿਹੜੇ ਨਵੇਂ ਬੰਦੇ ਡੰਗਰ ਰੱਖਣਾ ਚਾਹੁੰਦੇ ਉਹਨਾਂ ਨੂੰ ਕੀ ਮਸ਼ਵਰਾ ਦੋਗੇ ਕਿ ਡੰਗਰ ਰੱਖਣ ਜਾਂ ਨਾ ਰੱਖਣ? ਮੈਂ ਹੁਣ ਰੱਖਿਆ, ਮੈਂ ਹੁਣ ਅੱਗੋਂ ਮਹਿੰਗਾਈ ਹੈ, ਪੇਸ਼ ਨਹੀਂ ਜਾਂਦੀ, ਡੰਗਰ ਰੱਖਣਾ ਫਾਇਦਾ ਹੈ। ਠੀਕ ਹੈ। ਮੈਂ ਸਾਡੇ ਸ਼ਹਿਰੀ ਲੋਕ ਦੁੱਧ ਪੀਣ ਖਾ ਲਸ, ਉਹ ਅੱਛਾ ਹੈ ਮਸਲਾ। ਤੇ ਕਿੰਨਿਆਂ ਡੰਗਰਾਂ ਤੋਂ ਸ਼ੁਰੂ ਕਰਨ ਤੇ ਚੰਗਾ ਰਹੇਗਾ, ਨੁਕਸਾਨ ਤੋਂ ਬਚ ਜਾਣਗੇ? ਮੈਂ ਡੰਗਰ ਰੱਖਣ ਕੋਈ 10-12 ਮੱਝਾਂ ਰੱਖਣ, ਕੋਈ 2-3 ਵਿੱਚ ਗਾਈਆਂ ਰੱਖਣ। ਠੀਕ ਹੈ। ਠੀਕ ਹੈ। ਨਾਲ ਕੋਈ ਜਾ ਪਾਲਣ। ਠੀਕ ਹੈ। ਉਹ ਚ ਬਿਹਤਰੀ ਜਾ ਜਿਹੜੇ ਰਲਦੇ ਨੇ ਜਵਾਨ ਹੁੰਦੇ ਨੇ ਉਹ ਵਿੱਚ ਫਿਰ। ਤੇ ਇਹ ਜਿਹੜੇ ਤੁਹਾਡੇ ਡੰਗਰ ਨੇ ਇਹ ਕਿੰਨੀ ਜਗ੍ਹਾ 'ਚ ਰੱਖੇ ਨੇ ਤੁਸੀਂ? ਇਹ ਭਾਈ ਹੈ 12 ਮਰਲੇ ਜਗ੍ਹਾ ਚ। ਇਹ ਜਗ੍ਹਾ ਆਪਣੀ ਹੈ ਸਾਰੀ? ਹਾਂਜੀ ਆਪਣੀ। ਛੱਤੀ ਕਿੰਨੀ ਹੈ ਤੇ ਖੁੱਲੀ ਕਿੰਨੀ ਹੈ? 36 ਚ ਕੋਈ 7-8 ਮਹਾ। ਸਰ ਸੱਚੀ ਗੱਲ ਦੇ ਕਿ ਅਸੀਂ ਨੌਜਵਾਨਾਂ ਨੂੰ ਮੋਟੀਵੇਟ ਕਰਨੇ ਆ। ਸਰਦੀ ਤੋਂ ਬਚਾਉਣ ਲਈ ਡੰਗਰਾਂ ਨੂੰ ਤੁਸੀਂ ਕੀ ਇਕਦਾਮਾਤ ਕਰਦੇ ਹੋ? ਸਰਦੀ ਨੂੰ ਮਹਾ 3 ਵਜੇ ਮਹਾ ਧਾਰਾਂ ਸ਼ਾਰਾਂ ਕੱਢ ਕੇ ਅਸੀਂ ਅੰਦਰ ਮਹਾ ਬੰਨ ਛੱਡਨੇ ਆ ਸਰਦੀ ਨੂੰ ਬਚਾਉਣ ਵਾਸਤੇ। ਅੱਜ ਧੁੱਪ ਲੱਗੀ ਹੈ ਬਾਹਰ ਹੀ, ਨਹੀਂ ਤੇ ਅੰਦਰ ਵਾੜ ਛੱਡੀ ਦੇ ਡੰਗਰ। ਬਾਹਰ ਰਹਿਣ ਡੰਗਰ ਦੁੱਧ ਨਹੀਂ ਦਿੰਦੇ। ਉਸ ਤੋਂ ਇਲਾਵਾ ਕੋਈ ਖੁਰਾਕ ਵਗੈਰਾ ਜਿਹੜੀ ਦੇਣੀ ਚਾਹੀਦੀ ਸਰਦੀ ਦੇ ਵਿੱਚ ਡੰਗਰ ਨੂੰ ਠੰਡ ਨਾ ਲੱਗੇ? ਸ਼ਾਮ ਨੂੰ ਕੋਈ ਵੰਡਾ ਸੁੱਕਾ ਪਾਉਣਾ ਚਾਹੀਦਾ, ਗੁੜ ਦੇਣਾ ਚਾਹੀਦਾ ਨਾਲ। ਵੰਡਾ ਕਿਹੜਾ? ਖਾਲ ਪਾਣੀ ਚਾਹੀਦੀ ਸੁੱਕੀ ਜਾਂ ਕੋਈ ਹੋਰ? ਸੁੱਕੀ ਖਾਲ ਪਾਣੀ ਚਾਹੀਦੀ ਵੜੇਵਿਆਂ ਦੀ। ਠੀਕ ਹੈ। ਉਸ ਤੋਂ ਇਲਾਵਾ ਦਲੀਆ ਵਗੈਰਾ? ਦਲੀਆ ਕਣਕ ਦਾ ਉਹ ਸੌਂ ਬਿਹਤਰ। ਠੀਕ ਹੈ। ਸੁੱਕਾ ਪਾਣਾ ਚਾਹੀਦਾ ਜਾਂ ਭੇ ਕੇ ਪਾਣਾ ਚਾਹੀਦਾ? ਸੁੱਕਾ ਪਾਉਣਾ ਚਾਹੀਦਾ। ਠੀਕ ਹੈ। ਠੀਕ ਹੈ। ਅੱਛਾ ਭਾਈ ਜਨ ਇਹ ਦੱਸੋ ਕਿ ਇਹ ਤੁਸੀਂ ਦੱਸਿਆ ਕਿ ਆਪ ਹੀ ਕਰ ਰਹੇ ਹੋ, ਨੌਕਰ ਸ਼ੋਕਰ ਤਾਂ ਨਹੀਂ ਕੋ ਰੱਖਿਆ? ਨਹੀਂ ਨਹੀਂ, ਆਪਣੀ ਦਿਹਾੜੀ ਵੀ ਪਾ ਕੇ ਔਰ ਇਹਨਾਂ ਦਾ ਸਾਰਾ ਖਰਚਾ ਪਾ ਕੇ ਤੁਹਾਡਾ ਕੰਮ ਇਸ ਟਾਈਮ ਨਫੇ 'ਚ ਜਾ ਰਿਹਾ? ਹਾਂਜੀ ਠੀਕ ਹੈ। ਮਹਾਂ ਬਿਹਤਰ ਹੀ ਹੈ, ਮਹਾਂ ਪਹਿਲਾਂ ਬਹੁਤਾ ਬਿਹਤਰ ਸੀ। ਅੱਛਾ, ਹੁਣ ਤੁਹਾਡਾ ਮੁਨਾਫਾ ਘਟ ਗਿਆ? ਮੁਨਾਫਾ ਘਟ ਗਿਆ। ਤੇ ਅਗਰ ਕੋਈ ਬੰਦਾ ਡੰਗਰਾਂ ਤੋਂ ਆਪਣਾ ਕਾਰੋਬਾਰ, ਆਪਣਾ ਘਰ-ਬਾਰ ਚਲਾਉਣਾ ਚਾਹੇ, ਉਹ ਚਲਾ ਸਕਦਾ? ਕਿੰਨਿਆਂ ਤੋਂ ਘੱਟ ਤੋਂ ਘੱਟ ਚਲਾ ਸਕਦਾ? ਆਸਾਨੀ ਨਾਲ ਚਲਾ ਸਕਦਾ ਭਾਈ। ਇਸ ਕਾਰੋਬਾਰ ਦੇ ਕਿਹੜੇ-ਕਿਹੜੇ ਗੁਰ ਨੇ? ਯਾਨੀ ਤੁਸੀਂ ਸਭ ਤੋਂ ਪਹਿਲੇ ਸਾਨੂੰ ਜਾਨਵਰਾਂ ਦੀ ਰੂਟੀਨ ਦੱਸੋ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਨਵਰਾਂ ਨੂੰ ਕੀ ਪਾਉਂਦੇ ਹੋ, ਉਹਨਾਂ ਦੀ ਕੀ ਰੂਟੀਨ ਹੈ, ਕਿੰਨੇ ਵਜੇ ਖੋਲਦੇ ਹੋ, ਕਿੰਨੇ ਵਜੇ ਬੰਨ੍ਹਦੇ ਹੋ, ਧਾਰਾਂ ਕਿੰਨੇ ਵਜੇ ਕੱਢਦੇ ਹੋ, ਸਾਰੀ ਰੂਟੀਨ ਦੱਸਿਓ ਭਾਈ। ਸਵੇਰ 4 ਵਜੇ ਪੱਠੇ ਪਾਈ ਦੇ ਨੇ, ਧਾਰਾਂ ਕੱਢੀ ਦੀਆਂ ਨੇ, ਉਹਨਾਂ ਨੂੰ ਵੰਡਾ ਛੰਡਾ ਪਾਈ ਦਾ, ਫਿਰ ਬਾਅਦ ਚ ਉਹਨਾਂ ਨੂੰ ਪਾਣੀ ਥੋੜੀ ਦੇਰ ਬਾਅਦ ਡਾਈ ਦਾ। ਫਿਰ ਕੋਈ 12-1 ਵਜੇ ਨਾਲ ਫਿਰ ਪੱਠੇ ਪਾਉਣੇ ਚਾਹੀਦੇ ਨੇ, ਉਹਨਾਂ ਨੂੰ ਪਾਣੀ ਡਾਉਣਾ ਚਾਹੀਦਾ। ਫਿਰ ਸ਼ਾਮ ਨੂੰ ਫਿਰ ਪਾਣੀ ਡਾਉਣਾ ਚਾਹੀਦਾ। ਪਾਣੀ ਦਾ ਬਹੁਤ ਧਿਆਨ ਰੱਖਣੀ ਚਾਹੀਦੀ ਹੈ। ਸਹੀ ਹੈ। ਔਰ ਸ਼ਾਮ ਨੂੰ ਧਾਰਾਂ ਕਿੰਨੇ ਵਜੇ ਕੱਢਦੇ ਹੋ? ਸ਼ਾਮ ਨੂੰ 4 ਵਜੇ ਧਾਰਾਂ ਕੱਢੀ ਦੀਆਂ। ਤੁਹਾਡਾ 8 ਪੈਰ ਦਾ 1.5 ਮਣ ਤੁਸੀਂ ਦੁੱਧ ਦੱਸਿਆ ਜੀ? 1.5 ਮਣ ਦਾ ਤੁਹਾਡਾ 70 ਦੇ ਹਿਸਾਬ ਨਾਲ ਹੀ ਵਿਕਦਾ? ਹਾਂਜੀ 70 ਨਾਲ। ਰੇਟ ਤੁਹਾਡਾ ਘੱਟ ਹੈ ਵੈਸੇ ਇਸ ਟਾਈਮ ਸਿਆਲਕੋਟ 70 ਰੇਟ ਨਹੀਂ, ਲੇਕਿਨ ਅਗਰ ਤੁਸੀਂ 70 ਦੇ ਵੇਚਦੇ ਹੋ ਤੁਸੀਂ ਮੇਰੀ ਨਜ਼ਰ 'ਚ ਨੁਕਸਾਨ 'ਚ ਜਾ ਰਹੇ ਹੋ। ਜਾਂ ਤੁਹਾਨੂੰ ਕੋਈ ਬੰਦਾ ਹੋਰ ਲੱਭਣਾ ਚਾਹੀਦਾ ਜਾਂ ਸ਼ਹਿਰ ਜਾ ਕੇ ਆਪ ਹੀ ਵੇਚਣਾ ਚਾਹੀਦਾ? ਨਖਰੇ ਕਰਦੇ ਨੇ ਭਾਈ। ਅੱਛਾ। ਹਾਂਜੀ, ਤੁਹਾਡੀ ਮਜਬੂਰੀ ਹੈ, ਮਹਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ। ਉਹ ਹਰੂਨ ਉਹੀ ਹੈ ਯਾਰ। ਤੇ ਹੁਣ ਤੁਸੀਂ ਉਸੇ ਹੀ ਹਰੂਨ ਦਾ? ਅਸੀਂ ਬਾਹਰ ਨਹੀਂ ਮਹਾ ਕਾਰੋਬਾਰ, ਅਸੀਂ ਬਾਹਰੋਂ ਆ ਗਏ। ਅਸੀਂ ਆਨੇ ਅਸੀਂ ਆਪਣੇ ਮਹਾ ਦੇ ਵਿੱਚ। ਬਾਹਰ ਕਿੱਥੇ ਹੋ? ਸਾਊਦੀ ਅਰਬ ਦੇ ਵਿੱਚ। ਤੁਹਾਨੂੰ ਕਿੰਨੀ ਦੇਰ ਹੋ ਗਈ ਕੰਮ ਕਰਦੇ ਆ? ਹੋਰ ਮੁੰਡਿਆ ਮਹਾ ਮੈਨੂੰ ਕੋਈ 3 ਸਾਲ ਹੋ ਗਏ, ਮੇਰੇ ਵਾਲਦ ਫੌਤ ਹੋ ਗਏ ਨੇ, ਉਹਦਾ 3 ਸਾਲ ਹੋ ਗਏ ਨੇ। ਲੇਕਿਨ ਤੁਸੀਂ ਦੱਸਿਆ ਸੀ ਡੰਗਰ ਬੜੀ ਦੇਰ ਦੇ ਰੱਖੇ ਨੇ? ਡੰਗਰ ਅਸੀਂ ਦੇਰ ਦੇ ਰੱਖੇ ਨੇ, ਮਹਾ ਸਾਡੇ ਪਹਿਲਾਂ ਵਾਲਦ ਹਨ, ਨਾਲ ਮੇਰੇ ਭਾਈ ਹਨ। ਬਾਹਰ ਕੰਮ ਸਹੀ ਸੀ ਜਾਂ ਇੱਥੇ ਕੰਮ ਸਹੀ? ਇੱਥੇ ਕੰਮ ਠੀਕ ਹੈ, ਆਪਣੇ ਬੱਚਿਆਂ 'ਚ ਰਹੀਦਾ, ਆਪਣੇ ਮੁਲਕ 'ਚ ਰਹੀਦਾ। ਜ਼ਿੰਦਾਬਾਦ। ਉਹ ਬਗਾਨੀ ਮਜ਼ਦੂਰੀ ਹੈ? ਬਗਾਨੀ ਮਜ਼ਦੂਰੀ, ਉਹਨਾਂ ਨੂੰ ਕਮਾ ਕੇ ਦੇਈਦਾ, ਫਾਇਦਾ ਕੋਈ ਨਹੀਂ ਹੁੰਦਾ। ਇੱਥੇ ਮਹਾ ਜੋ ਵੀ ਹੁੰਦਾ ਆਪਣੀ ਹਕੂਮਤ ਨੂੰ ਮਿਲਦਾ ਸਭ ਕੁਝ। ਸਹੀ ਹੋ ਗਿਆ। ਜਿਹੜੀ ਵੀ ਸ਼ੈ ਖਰੀਦਣੀ ਹੈ ਮਹਾ। ਤੁਸੀਂ ਰੂਟੀਨ ਦੱਸੀ ਹੈ ਸਰਦੀਆਂ ਦੀ ਕਿ ਸਵੇਰੇ ਸਵੇਰੇ ਇਹਨਾਂ ਨੂੰ ਤੁਸੀਂ 4-5 ਵਜੇ ਧਾਰਾਂ ਕੱਢ ਲਿਆ, ਫਿਰ ਸ਼ਾਮ ਨੂੰ ਵੀ 4-5 ਵਜੇ ਫਿਰ ਬੰਦ। ਵੰਡੇ 'ਚ ਕੀ ਪਾ ਰਹੇ ਹੋ ਤੁਸੀਂ? ਵੰਡਾ ਭਾਈ ਕਰਾ ਪਾ ਰਹੇ ਆ। ਅੱਛਾ। ਵੜੇਵਿਆਂ ਦੀ ਖਾਲ ਦਲੀਆ। ਸਹੀ ਹੈ। ਦਲੀਆ ਕਿਸ ਤਰ੍ਹਾਂ ਪਾ ਰਹੇ ਹੋ? ਭੇ ਕੇ ਪਾ ਰਹੇ ਹੋ, ਸੁੱਕਾ ਪਾ ਰਹੇ ਹੋ? ਸੁੱਕਾ ਹੀ ਪਾ ਰਹੇ ਆ ਭਾਈ। ਭੇ ਕੇ ਗਰਮੀਆਂ 'ਚ ਪਾਉਂਦੇ ਹੋ? ਹਾਂਜੀ। ਹੋਰ ਵੰਡੇ 'ਚ ਕੋਈ ਖਾਸ ਚੀਜ਼ ਤੁਸੀਂ ਸਰਦੀਆਂ ਦੀ ਵਜ੍ਹਾ ਨਾਲ ਸ਼ਾਮਲ ਕਰਦੇ ਹੋ? ਗੁੜ ਇਸਤੇਮਾਲ ਕਰਨਾ ਚਾਹੀਦਾ। ਕਿੰਨਾ ਕੁ ਕਰਦੇ ਹੋ ਔਰ ਕਿੰਨੇ ਜਾਨਵਰਾਂ ਨੂੰ, ਕਿਹੜੇ ਜਾਨਵਰਾਂ ਨੂੰ ਦਿੰਦੇ ਹੋ? ਸੂਣ ਵਾਲਿਆਂ ਨੂੰ, ਦੁੱਧ ਵਾਲਿਆਂ ਨੂੰ ਜਾਂ ਦੂਸਰਿਆਂ ਨੂੰ ਵੀ? ਦੁੱਧ ਵਾਲਿਆਂ ਨੂੰ ਮਹਾਂ ਅੱਧਾ ਕਿਲੋ ਗੁੜ ਦੇਣਾ ਚਾਹੀਦਾ। ਜਿਹੜੇ ਸੂਣ ਵਾਲੇ ਨੇ ਉਹਨਾਂ ਨੂੰ ਮਹਾਂ ਪਾ ਵੀ ਹੋਈਏ ਬੜਾ ਹੁੰਦਾ, ਕਿਉਂਕਿ ਅੱਗੇ ਉਹਨਾਂ ਦੇ ਮੇਲੇ 'ਚ ਹੀਟ ਹੁੰਦੀ ਹੈ ਬੱਚੇ ਦੀ, ਤੇ ਟਾਈਮ ਟਲੀ ਨਾਲ ਅੰਦਰ ਬੰਨਣੇ ਚਾਹੀਦੇ ਨੇ।
ਸਹੀ ਹੈ। ਹਾਂ, ਸਰਦੀ ਨੂੰ ਬਚਾਉਣਾ ਚਾਹੀਦਾ, ਖਾਸ ਕਰਕੇ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਅੰਦਰ ਹੀ ਰਹਿਣ ਦੇਣਾ ਚਾਹੀਦਾ। ਸਹੀ ਹੈ। ਤੁਹਾਡੇ ਕੋਲ ਛੋਟੇ ਜਾਨਵਰ ਕਿੰਨੇ ਨੇ ਇਸ ਟਾਈਮ? ਮਰ ਗਏ ਨੇ ਕੋਈ 2-3 ਤੇ ਮਰ ਗਏ ਨੇ। ਮੈਂ ਹੁਣ ਦੂਸਰਿਆਂ ਨੂੰ ਅਸੀਂ ਸ਼ਾਮ ਨੂੰ ਰੋਜ਼ ਗੁੜ ਦਿੰਦੇ ਆ, ਮਸਾਲਾ ਦੇਈਦਾ। ਮਰੇ ਕਿਸ ਤਰ੍ਹਾਂ ਤੁਹਾਡੇ ਜਾਨਵਰ ਜ਼ਾਇਆ ਕਿਸ ਤਰ੍ਹਾਂ ਦੇ ਨੇ? ਠੰਡ ਦੀ ਵਜ੍ਹਾ ਨਾਲ ਜੀ। ਤੇ ਬਚਾਇਆ ਨਹੀਂ ਸੀ ਉਹਨਾਂ ਨੂੰ ਪਹਿਲੇ? ਟੀਕੇ ਸ਼ੀਕੇ ਲਵਾਏ ਨੇ ਡਾਕਟਰ ਨੂੰ ਬੁਲਾ ਕੇ। ਮਸਾਲਾ ਕਿਹੜਾ ਦੇ ਰਹੇ ਹੋ? ਮਸਾਲਾ ਭਾਈ ਆ ਦੇਈਦਾ, ਅਦਰਕ, ਹਰੀ ਮਿਰਚ, ਵਿੱਚ ਤੁੰਬਾ ਹੁੰਦਾ, ਕਾਲਾ ਲੂਣ, ਜਵੈਣ, ਇਹਨਾਂ ਨੂੰ ਕੁੱਟ ਕੇ ਤੇ ਦੇਈਦਾ। ਛੋਟੇ ਬੱਚੇ ਨੂੰ ਕਿੰਨਾ ਕੁ ਦਿੰਦੇ ਹੋ ਤੇ ਕਿੰਨੀ ਦਫਾ ਦਿੰਦੇ ਹੋ ਦਿਨ ਚ? ਮਾਂ ਸ਼ਾਮ ਨੂੰ ਦੇਈਦਾ, ਕੋਈ ਸਟਾਕੀ ਦੇਈਦਾ ਛੋਟੇ ਬੱਚੇ। ਰੋਜ਼? ਹਾਂਜੀ, ਗੁੜ ਦੇਈਦਾ ਠੀਕ ਰੋਜ਼। ਦੂਸਰੇ ਤੀਸਰੇ ਦਿਨ ਮਸਾਲਾ ਦੇ ਛੜੋ, ਰੋਜ਼ ਗੁੜ ਦੇ ਜ਼ਰੂਰ ਦੇਣਾ ਚਾਹੀਦਾ। ठीक है। ग्रास साहब बहुत शुक्रिया, बड़ी अच्छी गुफ्तगू हो रही है माशाल्लाह। अस्सलाम वालेकुम।